गुड मॉर्निंग डियर स्टूडेंट्स। लास्ट ते ਆਪਾਂ पार्टनरशिप ਦੇ ਜਿਹੜਾ मीनिंग और ਉਹਦੇ फीचर्स ਕੀਤੇ ਸੀ। ਅੱਜ ਆਪਾਂ ਪੜਾਂਗੇ ਰੀਡ ਆਊਟ ਕਰਾਂਗੇ ਕਿ ਪਾਰਟਨਰਸ਼ਿਪ ਫਰਮ ਬਿਜ਼ਨਸ ਦੇ ਵਿੱਚ ਜਿਹੜੀਆਂ ਵਾ ਕੀ ਡਿਸਐਡਵਾਂਟੇजेस और ਕੀ ਐਡਵਾਂਟੇजेस ਨੇ। ਸਭ ਤੋਂ ਪਹਿਲਾਂ ਅੱਜ ਜਿਹੜਾ ਆਪਾਂ ਪੜਾਂਗੇ ਐਡਵਾਂਟੇजेस ਆਫ ਪਾਰਟਨਰਸ਼ਿਪ ਫਰਮ ਕਿ ਅਗਰ ਕੋਈ ਵੀ ਪਰਸਨ ਪਾਰਟਨਰਸ਼ਿਪ ਫਰਮ ਜਿਹੜਾ ਓਪਨ ਕਰਦਾ ਹੈ ਇਸ ਬਿਜ਼ਨਸ ਲਾਈਨ ਨੂੰ ਜਿਹੜਾ ਚੂਜ਼ ਕਰਦਾ ਹੈ ਤਾਂ ਫਿਰ ਜਿਹੜਾ ਉਹਨੂੰ ਕੀ ਜਿਹੜੀਆਂ ਵਾ ਐਡਵਾਂਟੇजेस ਹੋਣਗੀਆਂ। ठीक है, आप सोल प्रोप्राइटरशिप के फीचर्स भी पढ़े होगी, एडवांटेजेस डिसएडवांटेजेस भी पढ़िया, एचयूएफ के फीचर्स पढ़े। हुण आपां जड़ा पढ़ांगे कि पार्टनरशिप फर्म दे विच की एडवांटेजेस हुंदियां है। सो सब तो पहली जड़ी एडवांटेज है वो है ईजी टू फॉर्म कि पार्टनरशिप फर्म जड़ी है ओपन करने दे लई जड़ी मिनिमम रिक्वायरमेंट जिवें कि आपां पहला ही गल कर चुके हां कि मिनिमम रिक्वायरमेंट है 2 पार्टनर्स कि 2 और वध तो वध जड़े 20 और 50 पार्टनर्स भी जड़े हो सकते हैं। ठीक है, इस फॉर्म में जड़ा वा ओपन करना बहुत ही ईजी है और ये सिर्फ रिटन एग्रीमेंट ही जड़ा साइन करना पैंदा है बोथ पार्टनर्स को। जिन्ने भी पार्टनर्स मिल के ये बिजनेस ओपन कर रहे हैं या जिन्ने भी पार्टनर्स मिल के जड़ा वा पार्टनरशिप फॉर्म जी ओपन करनी है उन्होंने सिर्फ एक एग्रीमेंट जड़ा साइन करना पवेगा जिन्होंने आप लास्ट वीडियो में भी जड़ा रीड आउट किया सी कि उसनों आप पार्टनरशिप डीड कहते हैं जिहदे रूल्स एंड रेगुलेशंस जिहड़े ने वो सैट किए जाते हैं पार्टनरशिप फर्म दे। ठीक है, और ये रजिस्ट्रेशन कंपलसरी भी नहीं हैगी। कुछ पार्टनरशिप बिजनेस दे विच रजिस्ट्रेशन कंपलसरी नहीं हैगी, ईजिली फॉर्म किया जा सकता है। ठीक है, वैसे तो इंडियन पार्टनरशिप एक्ट 1932 दे विच बिजनेस को रजिस्टर्ड कराना कंपलसरी है, पर कुछ पार्टनरशिप फर्म जिहड़ियां वा विदाउट रजिस्ट्रेशन भी वर्क कर सकदियां ने। वो किहड़ियां हुंदियां ने जिहदे विच सीक्रेट पार्टनर्स हुंदे ने जिन्हां ने सिर्फ पैसा ही इन्वेस्ट करना है। ठीक है, जिवें कि लास्ट वीडियो दे विच मैं तुहानूं गल कीती सी कि एक एग्रीमेंट हुंदा है और अगर उस एग्रीमेंट नूं कचहरी दे विच लैके जां कोर्ट विच जाके उस एग्रीमेंट नूं पास करवा दित्ता जावे तां कॉन्ट्रैक्ट बन जाता है। ते कॉन्ट्रैक्ट जदों आपां बनवाना वा किसी एग्रीमेंट नूं फिर रजिस्ट्रेशन जरूरी है, पर अगर एग्रीमेंट बेस ते ही वर्क करना है तां फिर रजिस्ट्रेशन करवाने की भी लोड़ नहीं पैंदी। नैक्सट लार्जर फाइनैंशियल रिसोर्सिस ਇਹਦੇ ਵਿੱਚ ਇਹ ਗੱਲ ਕੀਤੀ ਗਈ ਹੈ ਇਹ ਬਹੁਤ ਹੀ ਵੱਡੀ ਐਡਵਾਂਟੇਜ ਹੈ ਐਚਯੂਐਫ ਤੇ ਸੋਲ ਪ੍ਰੋਪਰਾਈਟਰਸ਼ਿਪ ਨਾਲੋਂ ਕਿ ਪਾਰਟਨਰਸ਼ਿਪ ਫਰਮ ਦੇ ਵਿੱਚ ਜਿਹੜਾ ਫਾਈਨਾਂਸ ਹੈ ਉਹ ਵੱਧ ਰੇਜ਼ ਕਰ ਸਕਦੇ ਆ ਐਸ ਕੰਪੇਅਰ ਟੂ ਐਚਯੂਐਫ ਤੇ ਸੋਲ ਪ੍ਰੋਪਰਾਈਟਰਸ਼ਿਪ ਫਰਮ। ਸੋਲ ਪ੍ਰੋਪਰਾਈਟਰਸ਼ਿਪ ਫਰਮ ਦੇ ਵਿੱਚ ਇੱਕ ਸਿੰਗਲ ਪਰਸਨ ਹੀ ਜਿਹੜੀ ਇਨਵੈਸਟਮੈਂਟ ਕਰਦਾ ਹੈ। ਐਚਯੂਐਫ ਦੇ ਵਿੱਚ ਪੂਰਾ ਪਰਿਵਾਰ ਤੇ ਹੁੰਦਾ ਹੈ ਪਰ ਉਹਨਾਂ ਦੀ ਜਿਹੜੀ ਇਨਕਮ ਦਾ ਸੋਰਸ ਹੈ ਉਹ ਇੱਕ ਹੀ ਬਿਜ਼ਨਸ ਦਾ ਹੁੰਦਾ ਹੈ। ਸੋ ਬਾਹਰੋਂ ਪੈਸਾ ਰੇਜ਼ ਨਹੀਂ ਕਰ ਪਾਉਂਦੇ, ਉਹ ਆਪਣਾ ਹੀ ਪੈਸਾ ਇਨਵੈਸਟ ਕਰਦੇ ਨੇ। बट पार्टनरशिप फर्म ਦੇ ਵਿੱਚ ਜਿਹੜਾ ਹੈ ਜਿਹੜੇ ਡਿਫਰੈਂਟ ਪਾਰਟਨਰਸ ਜਿਹੜੇ ਨੇ ਜੁਆਇਨ ਕਰਦੇ ਆ ਇੱਕ ਬਿਜ਼ਨਸ ਨੂੰ ਉਹ ਕਾਫੀ ਕੈਪੀਟਲ ਲੈ ਕੇ ਆਉਂਦੇ ਨੇ। ਠੀਕ ਹੈ, ਉਸ ਕੈਪੀਟਲ ਰੇਸ਼ੋ ਦੇ ਵਿੱਚ ਹੀ ਅੱਗੇ ਜਾ ਕੇ ਪ੍ਰੋਫਿਟ ਵੀ ਡਿਸਟ੍ਰੀਬਿਊਟ ਕਰਦੇ ਨੇ। ਸੋ ਇਹਦੇ ਵਿੱਚ ਜਿਹੜੇ ਫਾਈਨਾਂਸ ਨੂੰ ਰੇਜ਼ ਕਰਨਾ ਬਹੁਤ ਹੀ ਆਸਾਨ ਹੁੰਦਾ ਹੈ। ਇਹਦੇ ਵਿੱਚ ਲਾਰਜ ਫਾਈਨਾਂਸ਼ੀਅਲ ਰਿਸੋਰਸਸ ਹੁੰਦੇ ਨੇ ਐਸ ਕੰਪੇਅਰ ਟੂ ਸੋਲ ਪ੍ਰੋਪਰਾਈਟਰਸ਼ਿਪ ਫਰਮ ਤੇ ਐਚਯੂਐਫ ਫਰਮ। ਠੀਕ ਹੈ, then risk sharing ठीक है, थर्ड बेनिफिट और थर्ड मेरिट पार्टनरशिप फर्म दी कि ਇਹਦੇ ਵਿੱਚ ਜਿਹੜਾ ਰਿਸਕ ਹੈ ਉਹ ਸ਼ੇਅਰ ਜਿਹੜਾ ਵਾ ਈਜ਼ੀਲੀ ਹੋ ਜਾਂਦਾ ਹੈ। ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਸਾਰਾ ਰਿਸਕ ਇੱਕ ਸਿੰਗਲ ਪਰਸਨ ਤੇ ਆਉਂਦਾ ਹੈ, ਐਚਯੂਐਫ ਵਿੱਚ ਸਾਰਾ ਰਿਸਕ ਕਰਤਾ ਤੇ ਆਉਂਦਾ ਹੈ। ਬਟ ਪਾਰਟਨਰਸ਼ਿਪ ਫਰਮ ਦੇ ਵਿੱਚ ਜਿਹੜਾ ਹੈ ਜਿੰਨੇ ਵੀ ਪਾਰਟਨਰਸ ਹੋਣਗੇ ਅਗਰ ਇਨ ਫਿਊਚਰ ਵਿੱਚ ਜਾ ਕੇ ਬਿਜ਼ਨਸ ਦੇ ਉੱਤੇ ਕੋਈ ਵੀ ਲਾਸ ਆਉਂਦਾ ਹੈ ਜਾਂ ਕੋਈ ਵੀ ਰਿਸਕ ਆਉਂਦਾ ਹੈ ਉਹ ਲਾਸ ਇਕੁਅਲ ਜਾਂ ਜਿਹੜੀ ਰੇਸ਼ੋ ਜਿਹੜੀ ਕੈਪੀਟਲ ਇਨਵੈਸਟ ਕੀਤੀ ਹੈ ਪਾਰਟਨਰਸ ਨੇ ਉਸ ਰੇਸ਼ੋ ਦੇ ਵਿੱਚ ਜਿਹੜਾ ਵਾ ਰਿਸਕ ਡਿਵਾਈਡ ਹੋ ਜਾਏਗਾ। ਸੋ ਇਹਦਾ ਇੱਕ ਸਿੰਗਲ ਪਰਸਨ ਤੇ ਰਿਸਕ ਸਾਰਾ ਨਹੀਂ ਆਏਗਾ ਜਾਂ ਲਾਸ ਵੀ ਜੇ ਹੋ ਜਾਂਦਾ ਹੈ ਫਿਊਚਰ ਦੇ ਵਿੱਚ ਬਿਜ਼ਨਸ ਦੇ ਵਿੱਚ ਪਾਰਟਨਰਸ਼ਿਪ ਫਰਮ ਦੇ ਵਿੱਚ ਤਾਂ ਉਹ ਪੂਰਾ ਲਾਸ ਜਿਹੜਾ ਵਾ ਇੱਕ ਸਿੰਗਲ ਪਾਰਟਨਰ ਨੂੰ ਬੇਅਰ ਨਹੀਂ ਕਰਨਾ ਪਵੇਗਾ। ਉਹ ਜਿਹੜਾ ਲਾਸ ਹੈ ਉਹ ਸਾਰੇ ਪਾਰਟਨਰਸ ਮਿਲ ਕੇ ਬੇਅਰ ਕਰਨਗੇ ਔਰ ਇਹਦੇ ਵਿੱਚ ਰਿਸਕ ਜਿਹੜਾ ਵਾ ਈਜ਼ੀਲੀ ਸ਼ੇਅਰ ਹੋ ਜਾਏਗਾ ਔਰ ਉਹਦਾ ਬਿਜ਼ਨਸ ਤੇ ਜ਼ਿਆਦਾ ਨੈਗੇਟਿਵ ਇੰਪੈਕਟ ਵੀ ਨਹੀਂ ਪਏਗਾ। ਠੀਕ ਹੈ, ਦੈਨ ਬੈਨੀਫਿਟ ਆ ਗਿਆ ਡਿਵੀਜ਼ਨ ਆਫ ਵਰਕ। ठीक है, एचयूएफ ਦੇ ਵਿੱਚ ਪੂਰੀ ਫੈਮਿਲੀ ਤੇ ਹੁੰਦੀ ਹੈ ਬਟ ਸਾਰਾ ਕੰਮ ਕਰਤਾ ਨੂੰ ਹੀ ਕਰਨਾ ਪੈਂਦਾ ਹੈ। ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਸਾਰਾ ਕੰਮ ਸੋਲ ਪ੍ਰੋਪਰਾਈਟਰਸ ਨੂੰ ਹੀ ਕਰਨਾ ਪੈਂਦਾ ਹੈ। ਬਟ ਪਾਰਟਨਰਸ਼ਿਪ ਫਰਮ ਦੇ ਵਿੱਚ ਜਿਹੜਾ ਹੈ ਜਿਹੜੇ ਡਿਫਰੈਂਟ ਪਾਰਟਨਰਸ ਜਿਨ੍ਹਾਂ ਨੇ ਪੈਸਾ ਇਨਵੈਸਟ ਕਰਕੇ ਪਾਰਟਨਰਸ਼ਿਪ ਫਰਮ ਨੂੰ ਓਪਨ ਕੀਤਾ ਹੈ ਉਹਨਾਂ ਸਾਰਿਆਂ ਕੋਲ ਆਪਣੇ ਪਰਸਨਲ ਸਕਿੱਲਸ ਹੁੰਦੇ ਨੇ, ਪਰਸਨਲ ਟੈਲੈਂਟ ਹੁੰਦਾ ਹੈ ਔਰ ਸਭ ਦੀ ਅਲੱਗ-ਅਲੱਗ ਕੁਆਲੀਫਿਕੇਸ਼ਨ ਹੁੰਦੀ ਹੈ। ਸੋ ਉਸ ਆਪਣੀ ਕੁਆਲੀਫਿਕੇਸ਼ਨ ਔਰ ਆਪਣੇ ਟੈਲੈਂਟ ਦੇ ਅਕੋਰਡਿੰਗ ਜਿਹੜਾ ਵਾ ਉਹ ਪੂਰੀ ਫਰਮ ਦਾ ਕੰਮ ਜਿਹੜਾ ਆਪਣੇ ਹਿੱਸਿਆਂ ਦੇ ਵਿੱਚ ਵੰਡ ਲੈਂਦੇ ਨੇ ਔਰ ਇਹਦੇ ਵਿੱਚ ਜਿਹੜੇ ਫਰਮ ਦੇ ਟਾਸਕ ਨੇ ਆਬਜੈਕਟਿਵ ਨੇ ਈਜ਼ੀਲੀ ਕੰਪਲੀਟ ਹੋ ਜਾਂਦੇ ਨੇ ਡਿਊ ਟੂ ਡਿਵੀਜ਼ਨ ਆਫ ਵਰਕ। ਦੈਨ ਸੀਕ੍ਰੇਸੀ
ठीक है। ਇਹਦੇ ਸਭ ਤੋਂ ਪਹਿਲਾਂ ਤੇ ਮੇਰਾ ਇਹ ਕੁਐਸਚਨ ਹੋਏਗਾ ਕਿ ਪਾਰਟਨਰਸ਼ਿਪ ਫਰਮ ਦੇ ਵਿੱਚ ਹੁਣ ਜਿਹੜਾ ਵਾ ਓਨਰਸ ਇੱਕ ਨਹੀਂ ਹੈਗਾ, ਠੀਕ ਹੈ, ਇੱਕ ਤੋਂ ਵੱਧ ਓਨਰਸ ਨੇ, ਤੇ ਕੀ ਇਸ ਬਿਜ਼ਨਸ ਦੇ ਵਿੱਚ ਸੀਕ੍ਰੇਟ ਮੇਨਟੇਨ ਰਹਿਣਗੇ ਬਿਜ਼ਨਸ ਦੇ ਸੀਕ੍ਰੇਟ? ਕਿਉਂਕਿ ਸੋਲ ਪ੍ਰੋਪਰਾਈਟਰਸ਼ਿਪ ਦੇ ਵਿੱਚ ਤਾਂ ਸੀਕ੍ਰੇਟ ਸਿਰਫ ਇੱਕ ਸਿੰਗਲ ਪਰਸਨ ਕੋਈ ਹੁੰਦਾ ਹੈ, ਐਚਯੂਐਫ ਦੇ ਵਿੱਚ ਵੀ ਸੀਕ੍ਰੇਟ ਸਿਰਫ ਉਸ ਫੈਮਿਲੀ ਕੋਈ ਹੁੰਦਾ ਹੈ, ਬਟ ਕੀ ਪਾਰਟਨਰਸ਼ਿਪ ਦੇ ਵਿੱਚ ਜਿਹੜੇ ਪਾਰਟਨਰਸ ਨੇ ਕਿ ਉਹ ਸੀਕ੍ਰੇਟ ਮੇਨਟੇਨ ਰੱਖ ਸਕਣਗੇ ਆਪਣੇ ਬਿਜ਼ਨਸ ਦਾ? ਕਿਉਂਕਿ ਅਗਰ ਬਿਜ਼ਨਸ ਦੇ ਸੀਕ੍ਰੇਟ ਲੀਕ ਆਊਟ ਹੋ ਜਾਣ ਤਾਂ ਬਿਜ਼ਨਸ ਨੂੰ ਲਾਸ ਹੋਣ ਦੇ ਚਾਂਸਸ ਹੁੰਦੇ ਨੇ। ਜਿਹੜੇ ਕੰਪੀਟੀਟਰਸ ਹੁੰਦੇ ਨੇ, ਠੀਕ ਹੈ, ਸੇਮ ਜੋ ਆਪਾਂ ਬਿਜ਼ਨਸ ਕਰਦੇ ਪਏ ਆ, ਠੀਕ ਹੈ, ਸਾਡੇ ਹੀ ਨਾਲ ਦਾ ਬੰਦਾ ਅਗਰ ਕੋਈ ਵੀ ਬਿਜ਼ਨਸ ਕਰਦਾ ਪਿਆ ਉਹ ਬਿਜ਼ਨਸ ਸੀਕ੍ਰੇਟ ਜਾਣਨ ਦੇ ਲਈ ਬਹੁਤ ਕੁਝ ਕਰਦੇ ਨੇ, ਠੀਕ ਹੈ, ਦੂਸਰੀ ਕੰਪਨੀਆਂ ਦੇ ਜਾਂ ਦੂਸਰੀ ਪਾਰਟਨਰਸ਼ਿਪ ਫਰਮ ਦੇ ਬਿਜ਼ਨਸ ਸੀਕ੍ਰੇਟ ਜਾਣਨ ਦੇ ਲਈ ਬਹੁਤ ਪੈਸਾ ਵੀ ਖਰਚਦੇ ਨੇ, ਠੀਕ ਹੈ। ਪਾਰਟਨਰਸ਼ਿਪ ਫਰਮ ਦੇ ਵਿੱਚ ਹੁਣ ਗੱਲ ਤੇ ਇਹ ਕੀਤੀ ਗਈ ਹੈ ਕਿ ਇਹਦੇ ਵਿੱਚ ਜਿਹੜੇ ਸੀਕ੍ਰੇਟ ਨੇ ਉਹ ਮੇਨਟੇਨ ਰਹਿੰਦਾ ਹੈ, ਕਿ ਇਹਦੇ ਵਿੱਚ ਸੀਕ੍ਰੇਟ ਲੀਕ ਨਹੀਂ ਹੁੰਦਾ। ਪਰ ਇੱਥੇ ਕੁਐਸਚਨ ਅਰਾਈਜ਼ ਹੁੰਦਾ ਹੈ ਕਿ ਅਗਰ ਇੱਕ ਫਰਮ ਦੇ ਵਿੱਚ 5 ਜਾਂ 6 ਪਾਰਟਨਰਸ ਹੋਣ ਤਾਂ ਇਹ ਪੋਸੀਬਲ ਵੀ ਹੈ ਕਿ ਉਹਨਾਂ ਵਿੱਚ ਕੋਈ ਇੱਕ ਪਾਰਟਨਰ ਸੀਕ੍ਰੇਟ ਲੀਕ ਵੀ ਕਰ ਸਕਦਾ ਹੈ, ਠੀਕ ਹੈ। ਬਟ ਅਕੋਰਡਿੰਗ ਟੂ ਸਟੱਡੀ ਇਹ ਕਿਹਾ ਗਿਆ ਹੈ ਕਿ ਕੋਈ ਵੀ ਪਾਰਟਨਰ ਜਿਹੜਾ ਵਾ ਸੀਕ੍ਰੇਟ ਲੀਕ ਨਹੀਂ ਕਰਦਾ, ਕਿਉਂਕਿ ਅਗਰ ਇੱਕ ਵੀ ਪਾਰਟਨਰ ਬਿਜ਼ਨਸ ਦਾ ਸੀਕ੍ਰੇਟ ਲੀਕ ਕਰਦਾ ਹੈ ਤਾਂ ਉਹਦਾ ਨੁਕਸਾਨ ਪੂਰੀ ਪਾਰਟਨਰਸ਼ਿਪ ਫਰਮ ਨੂੰ ਹੁੰਦਾ ਹੈ, ਤੇ ਜਦੋਂ ਨੁਕਸਾਨ ਪਾਰਟਨਰਸ਼ਿਪ ਫਰਮ ਨੂੰ ਹੁੰਦਾ ਹੈ ਤਾਂ ਉਹਦੇ ਨਾਲ ਫਰਮ ਦਾ ਪ੍ਰੋਫਿਟ ਘਟ ਜਾਂਦਾ ਹੈ। ਔਰ ਜਦੋਂ ਲਾਸਟ ਦੇ ਫਾਈਨੈਂਸ਼ੀਅਲ ਈਅਰ ਦਾ ਐਂਡ ਪੀਰੀਅਡ ਹੁੰਦਾ ਜਿਹਨੂੰ ਆਪਾਂ 31 ਮਾਰਚ ਕਹਿੰਦੇ ਆ, ਠੀਕ ਹੈ, 31 ਮਾਰਚ ਐਟ ਦਾ ਐਂਡ ਆਫ ਫਾਈਨੈਂਸ਼ੀਅਲ ਈਅਰ, ਠੀਕ ਹੈ, ਅਗਰ ਪ੍ਰੋਫਿਟ ਹੀ ਘਟ ਹੋਇਆ ਹੋਏਗਾ ਪਾਰਟਨਰਸ਼ਿਪ ਫਰਮ ਨੂੰ ਤਾਂ ਜਿਹੜੇ ਉਹ 5 ਦੇ 5 ਪਾਰਟਨਰਸ ਨੇ ਉਹਨਾਂ ਨੂੰ ਪ੍ਰੋਫਿਟ ਜਿਹੜਾ ਵਾ ਜਦੋਂ ਉਹਨਾਂ ਨੇ ਡਿਸਟ੍ਰੀਬਿਊਟ ਕਰਨਾ ਵਾ ਆਪਣੀ ਰੇਸ਼ੋ ਦੇ ਵਿੱਚ ਤਾਂ ਪ੍ਰੋਫਿਟ ਘੱਟ ਡਿਸਟ੍ਰੀਬਿਊਟ ਹੋਏਗਾ। ਸੋ ਕੋਈ ਵੀ ਪਾਰਟਨਰ ਨਹੀਂ ਚਾਹੇਗਾ ਕਿ ਆਪਣੇ ਬਿਜ਼ਨਸ ਦਾ ਸੀਕ੍ਰੇਟ ਜਿਹੜਾ ਵਾ ਉਹ ਲੀਕ ਕੀਤਾ ਜਾਵੇ। ਸੋ ਪਾਰਟਨਰਸ ਨੂੰ ਜਿਹੜਾ ਸੀਕ੍ਰੇਸੀ ਜਿਹੜੀ ਆ ਉਹ ਮੇਨਟੇਨ ਰਹਿੰਦੀ ਆ, ਉਹ ਆਪਣੇ ਬਿਜ਼ਨਸ ਦਾ ਸੀਕ੍ਰੇਟ ਜਿਹੜਾ ਵਾ ਉਹ ਲੀਕ ਨਹੀਂ ਕਰਦੇ। ਸੋ ਇਹਦਾ ਬੈਨੀਫੀਸ਼ੀਅਲ ਪੁਆਇੰਟ ਆ ਕਿ ਸਾਰੇ ਜਿਹੜੇ ਆ ਆਪਣੀ ਪਾਰਟਨਰਸ਼ਿਪ ਫਰਮ ਦੇ ਲਈ ਕੰਮ ਕਰਦੇ ਆ, ਨਾ ਕਿ ਇੰਡੀਵਿਜੂਅਲ ਗੋਲ ਦੇ ਲਈ, ਕਿਉਂਕਿ ਪਾਰਟਨਰਸ਼ਿਪ ਫਰਮ ਨੂੰ ਜੇ ਪ੍ਰੋਫਿਟ ਹੋਏਗਾ ਤਾਂ ਆਟੋਮੈਟਿਕਲੀ ਉਹਨਾਂ ਨੂੰ ਪ੍ਰੋਫਿਟ ਹੋਏਗਾ। ਅਗਰ ਕੋਈ ਇੱਕ ਪਾਰਟਨਰਸ਼ਿਪ ਆਪਣੇ ਇੰਡੀਵਿਜੂਅਲ ਪ੍ਰੋਫਿਟ ਲਈ ਵਰਕ ਕਰੇਗਾ ਤੇ ਉਹਦਾ ਇੰਡੀਵਿਜੂਅਲ ਪ੍ਰੋਫਿਟ ਸ਼ਾਰਟ ਟਰਮ ਦੇ ਵਿੱਚ ਤੇ ਹੋ ਜਾਏਗਾ, ਪਰ ਲੌਂਗ ਟਰਮ ਦੇ ਵਿੱਚ ਜਿਹੜਾ ਵਾ ਪਾਰਟਨਰਸ਼ਿਪ ਫਰਮ ਨੂੰ ਨੁਕਸਾਨ ਹੋਏਗਾ, ਜਿਹਦਾ ਕਰਕੇ ਅਲਟੀਮੇਟਲੀ ਉਹਦਾ ਜਿਹੜਾ ਟੋਟਲ ਪ੍ਰੋਫਿਟ ਘਟੇਗਾ। ਸੋ ਇਸ ਕਰਕੇ ਇਹਦੇ ਵਿੱਚ ਸੀਕ੍ਰੇਟਸ ਜਿਹੜੇ ਆ ਲੀਕ ਹੋਣ ਦੇ ਚਾਂਸਸ ਬਹੁਤ ਘੱਟ ਹੁੰਦੇ ਨੇ। ਦੈਨ ਮੋਟੀਵੇਸ਼ਨ, ਠੀਕ ਹੈ, ਨੈਕਸਟ ਬੈਨੀਫਿਟ ਕਿ ਮੋਟੀਵੇਟ ਕਰਦੇ ਰਹਿੰਦੇ ਨੇ ਪਾਰਟਨਰਸ ਇੱਕ ਦੂਜੇ ਨੂੰ, ਠੀਕ ਹੈ। ਅਗਰ ਕੋਈ ਵੀ ਪਾਰਟਨਰ ਬਿਜ਼ਨਸ ਦੀ ਡਾਊਨ ਟ੍ਰੈਂਡਿੰਗ ਦੇ ਕਰਕੇ ਅਗਰ ਬਿਜ਼ਨਸ ਕੁਝ ਡਾਊਨ ਟ੍ਰੈਂਡਸ ਆ ਜਾਂਦੇ ਨੇ, ਅਗਰ ਉਹਦੇ ਕਰਕੇ ਡੀਮੋਟੀਵੇਟ ਹੋ ਜਾਂਦਾ ਹੈ ਤਾਂ ਬਾਕੀ ਪਾਰਟਨਰਸ ਜਿਹੜੇ ਨੇ ਰਿਫਰੈਸ਼ ਕਰ ਦਿੰਦੇ ਨੇ ਇਨਵੈਸਟਮੈਂਟ ਨੂੰ, ਯਾਨੀ ਕਿ ਪਾਰਟਨਰਸ਼ਿਪ ਫਰਮ ਇੱਕ ਇਦਾਂ ਦੀ ਫਰਮ ਹੈਗੀ ਹੈ ਜਿਹਦੇ ਵਿੱਚ ਕੈਪੀਟਲ ਇੱਕ ਵਾਰ ਨਹੀਂ ਲਗਾਈ ਜਾਂਦੀ, ਪਾਰਟਨਰਸ ਦੁਬਾਰਾ ਵੀ ਉਹਦੇ ਵਿੱਚ ਪੈਸਾ ਰੀਇਨਵੈਸਟ ਕਰ ਸਕਦੇ ਨੇ। ਅਗਰ ਬਿਜ਼ਨਸ ਦੇ ਵਿੱਚ ਕੋਈ ਡਾਊਨ ਟ੍ਰੈਂਡ ਆ ਜਾਂਦਾ ਹੈ ਤੇ ਪਾਰਟਨਰਸ ਜਿਹੜਾ ਵਾ ਰੀਇਨਵੈਸਟ ਕਰ ਦਿੰਦੇ ਨੇ, ਜਿਹਦੇ ਨਾਲ ਜਿਹੜਾ ਵਾ ਇੱਕ ਦੂਸਰੇ ਨੂੰ ਮੋਟੀਵੇਸ਼ਨ ਮਿਲਦੀ ਹੈ, ਠੀਕ ਆ। ਅਗਰ ਸਿੰਗਲ ਪਰਸਨ ਹੋਵੇ ਤਾਂ ਕੋਈ ਨੁਕਸਾਨ ਹੋ ਜਾਵੇ ਤਾਂ ਉਹ ਰੀਇਨਵੈਸਟ ਨਹੀਂ ਕਰ ਪਾਉਂਦਾ, ਪਰ वही अगर डिफरेंट पार्टनर्स हो और बिजनेस थोड़ा डाउन ट्रेंड में भी चलेगा तो रीइन्वेस्ट करके फिर अपवर्ड पोजीशन ਦੇ ਵਿੱਚ ਲਿਆਇਆ ਜਾ ਸਕਦਾ ਹੈ। ਔਰ ਇਹਦੇ ਨਾਲ ਸਾਰੇ ਪਾਰਟਨਰਸ ਜਿਹੜੇ ਆ ਮੋਟੀਵੇਟ ਹੁੰਦੇ ਆ, ਔਰ ਜਦੋਂ ਸਾਰੇ ਪਾਰਟਨਰਸ ਮੋਟੀਵੇਟ ਹੁੰਦੇ ਆ ਤਾਂ ਫਰਮ ਦੇ ਲਈ ਇੱਕ ਅੱਛਾ ਵਰਕ ਕਰਦੇ ਆ। ਦੈਨ ਫਲੈਕਸੀਬਿਲਿਟੀ, ਠੀਕ ਆ। ਫਲੈਕਸੀਬਿਲਿਟੀ ਦਾ ਮਤਲਬ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਇਹ ਕੈਪੀਟਲ ਰੀਇਨਵੈਸਟ ਕਰ ਸਕਦੇ ਆ। ਪਾਰਟਨਰਸ਼ਿਪ ਦੇ ਵਿੱਚ ਜਿਹੜਾ ਵਾ ਅਗਰ ਇੱਕ ਬ੍ਰਾਂਚ ਹੋ ਤੇ ਉਹ ਆਪਣੀ ਇੱਕ ਬ੍ਰਾਂਚ ਤੋਂ ਦੋ ਬ੍ਰਾਂਚਾਂ ਕਰ ਸਕਦੇ ਨੇ, ਯਾਨੀ ਕਿ ਜਿਹੜੇ ਪਾਰਟਨਰਸ਼ਿਪ ਫਰਮ ਫਲੈਕਸੀਬਲ ਆ, ਉਹਨੂੰ ਚੇਂਜ ਕੀਤਾ ਜਾ ਸਕਦਾ, ਉਹਦਾ ਸਾਈਜ਼ ਚੇਂਜ ਕੀਤਾ ਜਾ ਸਕਦਾ ਵਾ, ਉਹਦੀਆਂ ਬ੍ਰਾਂਚਸ ਵਧਾਈਆਂ ਜਾਂ ਘਟਾਈਆਂ ਜਾ ਸਕਦੀਆਂ ਵਾ ਵਿਦਆਊਟ ਪਰਮਿਸ਼ਨ ਆਫ ਗਵਰਨਮੈਂਟ, ਠੀਕ ਆ। ਗਵਰਨਮੈਂਟ ਦੀ ਪਰਮਿਸ਼ਨ ਲਿੱਤੇ ਬਿਨਾਂ ਹੀ ਇਹਨਾਂ ਦੇ ਸਾਈਜ਼, ਇਹਨਾਂ ਦੀ ਬ੍ਰਾਂਚਸ ਔਰ ਇਹਨਾਂ ਦੀ ਕੈਪੀਟਲ ਨੂੰ ਘਟਾਇਆ ਤੇ ਵਧਾਇਆ ਜਾ ਸਕਦਾ ਹੈ, ਠੀਕ ਹੈ। ਐਂਡ ਲਾਸਟ ਬਟ ਨਾਟ ਲੀਸਟ ਮੋਰ ਸਕੋਪ ਫॉर ਐਕਸਪੈਂਸ਼ਨ, ਕਿ ਪਾਰਟਨਰਸ਼ਿਪ ਫਰਮ ਨੂੰ ਐਕਸਪੈਂਡ ਵੀ ਕੀਤਾ ਜਾ ਸਕਦਾ ਹੈ। ਐਕਸਪੈਂਡ ਦਾ ਮਤਲਬ ਵਹੀ ਹੈ कि अगर अपनी एक ब्रांच है तो पार्टनर्स मिलकर दो ब्रांचेस भी कर सकते हैं, तीन भी कर सकते हैं, वो उन्होंने कैपेबिलिटी पे डिपेंड करता है, ठीक है, कि वो कितना पैसा रीइन्वेस्ट कर सकते हैं, कितनी बार दोबारा कैपिटल जी इन्वेस्ट कर सकते हैं। सो इस बिजनेस को एक्सपैंड भी किया जा सकता है। और ये मोस्टली एक्सपेंशन कदों होती है जो एक न्यू पार्टनर को ऐड कर दिया जाता है। जो तुम प्लस टू कॉमर्स के होगे तो तुम पार्टनरशिप फॉर्म के अकाउंट्स भी पढ़ोगे, और वो ਇਹ ਨਹੀਂ ਕਿ ਇੱਕ ਵਾਰੀ ਤਿੰਨ ਪਾਰਟਨਰਸ ਨੇ ਮਿਲ ਕੇ ਬਿਜ਼ਨਸ ਸ਼ੁਰੂ ਕੀਤਾ ਤੇ ਨਵਾਂ ਪਾਰਟਨਰ ਐਡ ਨਹੀਂ ਕੀਤਾ ਜਾ ਸਕਦਾ। ਜਦੋਂ ਵੀ ਬਿਜ਼ਨਸ ਨੂੰ ਐਕਸਪੈਂਡ ਕਰਨਾ ਹੁੰਦਾ ਵਾ ਨਿਊ ਪਾਰਟਨਰਸ ਐਡ ਕੀਤੇ ਜਾਂਦੇ ਆ। ਸੋ ਫੋਰ ਐਗਜ਼ਾਮਪਲ ਅਗਰ ਇੱਕ ਪਾਰਟਨਰਸ਼ਿਪ ਫਰਮ ਦੇ ਵਿੱਚ ਤਿੰਨ ਪਾਰਟਨਰਸ ਨੇ ਔਰ ਉਹਨਾਂ ਨੇ ਆਪਣੀ ਇੱਕ ਬ੍ਰਾਂਚ ਤੋਂ ਦੋ ਬ੍ਰਾਂਚਾਂ ਕਰਨੀਆਂ ਨੇ ਤਾਂ ਉਹ ਦੋ ਜਾਂ ਤਿੰਨ ਪਾਰਟਨਰਸ ਹੋਰ ਐਡ ਕਰ ਸਕਦੇ ਆ, ਕਿਉਂਕਿ ਜਦੋਂ ਨਵੇਂ ਪਾਰਟਨਰਸ ਪਾਰਟਨਰਸ਼ਿਪ ਫਰਮ ਦੇ ਵਿੱਚ ਐਡ ਹੁੰਦੇ ਆ ਤੇ ਉਹ ਕੈਪੀਟਲ ਲੈ ਕੇ ਆਉਂਦੇ ਨੇ, ਯਾਨੀ ਕਿ ਉਹ ਪੈਸਾ ਲੈ ਕੇ ਆਉਂਦੇ ਆ, ਉਹ ਪੈਸਾ ਇਨਵੈਸਟ ਕਰਦੇ ਆ ਫਰਮ ਦੇ ਵਿੱਚ, ਜਿਹਦੇ ਨਾਲ
ਫਰਮ ਜਿਹੜੀ ਆ ਐਕਸਪੈਂਡ ਹੁੰਦੀ ਹੈ। ਸੋ ਇਹ ਬੈਨੀਫਿਟਸ ਨੇ ਪਾਰਟਨਰਸ਼ਿਪ ਫਰਮ ਦੇ। ਨੈਕਸਟ ਆਪਾਂ ਕਰਦੇ ਆ ਡਿਸਐਡਵਾਂਟੇजेस ਆਫ ਪਾਰਟਨਰਸ਼ਿਪ ਫਰਮ।